ਟੈਸਟੋਸਟੀਰੋਨ ਜੋ ਕਿ ਮੇਲ ਸੈਕਸ ਹਾਰਮੋਨ ਹੈ, ਅਸੀਂ ਆਪਣੇ ਬੇਟੀਆਂ ਨੂੰ ਖਵਾਉਣ ਲੱਗ ਗਏ ਹਾਂ ਕਿ ਇਹਨਾਂ ਦੇ ਕੁੱਖੋਂ ਪੁੱਤਰ ਜੰਮ ਜਾਵੇ। ਸੋ ਮੈਨੂੰ ਨਹੀਂ ਲੱਗਦਾ ਦੁਨੀਆ ਦੇ ਹੋਰ ਕਿਸੇ ਵਿੱਚ ਇਹੋ ਜਿਹਾ ਹਾਲ ਹੋਏਗਾ ਜਿੱਥੇ ਅਸੀਂ ਪੁੱਤਰ ਮੋਹ ਦੇ ਵਿੱਚ ਹੀਜੜੇ ਤੱਕ ਜੰਮਣੇ ਸ਼ੁਰੂ ਕਰ ਦਿੱਤੇ ਨੇ। ਯਾਨੀ ਅਸੀਂ ਤਾਂ ਕੁਦਰਤ ਨਾਲ ਰੱਜ ਕੇ ਖਿਲਵਾੜ ਕਰ ਰਹੇ ਹਾਂ। ਇੱਕ ਵਿਲੱਖਣ ਖੋਜ ਸ਼ੁਰੂ ਹੋਈ ਹੈ ਦੁਨੀਆ ਦੇ ਇੱਕ ਹਿੱਸੇ ਵਿੱਚ, ਜਿੱਥੇ ਪਹਿਲਾ ਕੇਸ ਹੈ ਜਿਸ ਨੂੰ ਉਸ ਤੋਂ ਬਣਾ ਕੇ ਜੈਨੇਟਿਕ ਚੇਂਜ ਕਰਕੇ ਇੱਕ ਇੰਜੈਕਸ਼ਨ ਤਿਆਰ ਕੀਤਾ ਜੋ ਉਸ ਨੂੰ ਲਾਇਆ ਗਿਆ। ਉਹ ਹਾਲੇ ਕਿਉਂਕਿ ਸੀਕ੍ਰੇਟ ਚੱਲ ਰਿਹਾ, ਉਹਦੀ ਪੂਰੀ ਖੋਜ ਦੀ ਰਿਪੋਰਟ ਸਾਹਮਣੇ ਨਹੀਂ ਆਈ, ਪਰ ਜੇ ਉਹ ਸਕਸੈਸਫੁਲ ਹੋ ਜਾਂਦਾ ਤਾਂ ਮਤਲਬ ਹੈ ਕਿ ਉਹਦੀ ਉਮਰ ਦੇ ਹਿਸਾਬ ਨਾਲ ਅਸੀਂ ਕਹਿ ਸਕਦੇ ਹਾਂ ਕਿ ਇੱਕ ਇਨਸਾਨ 1400 ਸਾਲ ਤੱਕ ਵੀ ਜ਼ਿੰਦਾ ਰਹਿ ਸਕੇਗਾ। ਇਹ ਖੋਜ ਦਾ ਆਧਾਰ ਹੈ ਜੋ ਕਰ ਰਹੇ ਨੇ। ਸਾਡੇ ਤਾਂ ਜੰਮਦੇ ਬੱਚੇ ਦੇ ਮੂੰਹ 'ਚ ਪਹਿਲਾਂ ਕਹਿਣਗੇ ਵੀ ਅਸੀਂ ਚਿਪਸ ਜਾਂ ਕੁਰਕਰੇ ਪਾ ਦਈਏ, ਮਾਂ ਦਾ ਦੁੱਧ ਵੀ ਬਾਅਦ 'ਚ ਦਿੰਦੇ ਹਾਂ। ਸੋ ਉਹ ਅਹਿਮ ਚੀਜ਼ਾਂ ਲਈ ਸਿਰਫ ਜਾਗਰਤ ਹੋਣ ਲੋਕ। ਅਤੇ ਅਕਸਰ ਇਹ ਦੇਖਿਆ ਜਾਂਦਾ ਹੈ ਕਦੋਂ ਤਿਉਹਾਰ ਆਉਂਦਾ ਹੈ ਕੋਈ, ਤਾਂ ਉਸ ਵੇਲੇ ਹੀ ਸਿਹਤ ਵਿਭਾਗ ਵੀ ਪੂਰੀ ਤਰ੍ਹਾਂ ਚੌਕਸ ਹੋ ਜਾਂਦਾ ਜੀ, ਇੱਥੇ ਇੰਨੇ ਕੁਆਂਟਲ ਪਨੀਰ ਫੜਿਆ ਗਿਆ, ਖੋਆ ਫੜਿਆ ਗਿਆ। ਉਹ ਤੋਂ ਕਿਸ ਤਰ੍ਹਾਂ ਬਚ ਸਕਦੇ ਆ? ਲੋਕਾਂ ਨੂੰ ਥੋੜ੍ਹਾ ਜਿਹਾ ਜਾਗਰੂਕ ਜ਼ਰੂਰ ਕਰੋ। ਪਹਿਲੀ ਗੱਲ ਤਾਂ ਇਹ ਹੈ ਜੀ ਕਿ ਖਿਮਾ ਕਰਿਓ, ਜਦੋਂ ਕਿਸੇ 'ਤੇ ਉਂਗਲ ਚੁੱਕੀ ਜਾਵੇ ਉਹਨੂੰ ਪੀੜ ਹੁੰਦੀ ਹੈ, ਪਰ ਸੱਚ ਕੌੜਾ ਹੁੰਦਾ। ਭਲਾ ਬਾਕੀ ਸਾਰਾ ਸਾਲ ਕਿਉਂ ਚੁੱਪੀ ਰੱਖੀ ਜਾਂਦੀ ਹੈ? ਇਸੇ ਵਿਭਾਗ ਵੱਲੋਂ ਜਿਹੜੇ ਹੁਣ ਫੜ ਲੈਂਦੇ ਨੇ ਉਹਦੇ ਵਿੱਚੋਂ ਵੀ ਕਿਉਂ ਬਹੁਤ ਸਾਰਿਆਂ ਨੂੰ ਵਾਪਸ ਖੁੱਲ੍ਹ ਦੇ ਦਿੱਤੀ ਜਾਂਦੀ ਹੈ? ਕਿਉਂ ਕਈਆਂ ਦੇ ਫੋਨ ਪਹੁੰਚ ਜਾਂਦੇ ਨੇ? ਫਿਰ ਇਹ ਲੋਕ ਕਿਵੇਂ ਸਜ਼ਾਵਾਂ ਤੋਂ ਬਚ ਜਾਂਦੇ ਨੇ? ਫਿਰ ਹਰ ਸਾਲ ਇਹੀ ਚੀਜ਼ ਕਿਉਂ ਤੁਰਦੀ ਰਹਿੰਦੀ ਹੈ? ਸਤਿ ਸ਼੍ਰੀ ਅਕਾਲ। D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ। ਅੱਜ ਦਾ ਦਿਨ ਬੜਾ ਖਾਸ ਹੈ। ਅੱਜ ਦਾ ਦਿਨ ਸਾਡੀ ਸਿਹਤ ਦੇ ਨਾਲ ਜੁੜਿਆ ਹੋਇਆ ਵਰਲਡ ਹੈਲਥ ਡੇ ਹੈ ਅਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ। ਕਿਉਂ ਮਨਾਇਆ ਜਾਂਦਾ ਹੈ, ਕੀ ਇਹਦਾ ਮੰਤਵ ਆ? ਸਾਡੇ ਨਾਲ ਜੁੜੇ ਨੇ ਡਾਕਟਰ ਹਰਸ਼ਿੰਦਰ ਕੌਰ। ਡਾਕਟਰ ਸਾਹਿਬ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਅਤੇ ਤੁਹਾਡੇ ਰਾਹੀਂ ਜਿੰਨੇ ਵੀ ਦੇਖ ਸਕਦੇ ਨੇ ਸਾਰਿਆਂ ਨੂੰ ਨਿੱਘੀ ਫਤਿਹ। ਡਾਕਟਰ ਸਾਹਿਬ, ਅੱਜ ਦਾ ਦਿਨ ਕਿਉਂ ਖਾਸ ਹੈ? ਕੀ ਦਿਨ ਦਾ ਮਹੱਤਵ ਅੱਜ ਦਾ? ਦੇਖੋ, ਸੰਨ 1950 ਤੋਂ ਇਹ ਸ਼ੁਰੂ ਹੋਇਆ। ਮੈਨੂੰ ਦੱਸਦਿਆਂ ਹੀ ਕੁਝ ਬੜਾ ਮਾੜਾ ਜਿਹਾ ਇਸ ਕਰਕੇ ਮਹਿਸੂਸ ਹੁੰਦਾ ਹੈ ਕਿਉਂਕਿ ਉਦੋਂ ਵੀ ਇਹੀ ਮਕਸਦ ਸੀ ਕਿ ਅਸੀਂ ਜਿੱਥੇ ਇੱਕ ਪਾਸੇ ਜੋ ਡਾਕਟਰ ਕੰਮ ਕਰ ਰਹੇ ਨੇ, ਜੁਟੇ ਨੇ, ਉਹਨਾਂ ਦੀ ਹੱਲਾਸ਼ੇਰੀ ਹੋ ਸਕੇ, ਉਸੇ ਥਾਂ 'ਤੇ ਅਸੀਂ ਸਾਰਿਆਂ ਦੀ ਸਿਹਤ ਦੇ ਬਾਰੇ ਜਾਗਰੂਕ ਉਹਨਾਂ ਨੂੰ ਕਰ ਵੀ ਸਕੀਏ ਅਤੇ ਕੁਝ ਕੰਮ ਰਲ ਮਿਲ ਕੇ ਕਰ ਵੀ ਸਕੀਏ। ਸੋ ਹਰ ਸਾਲ ਇਹਦੇ ਲਈ ਇੱਕ ਵੱਖ ਯਾਨੀ ਇੱਕ ਦਿੱਤਾ ਜਾਂਦਾ ਨਾਮ ਕਿ ਇਹ ਇਸ ਵੇਲੇ ਕੰਮ ਕਰਨ ਦੀ ਲੋੜ ਹੈ। ਸੋ ਇਸ ਵਾਰ ਜਿਵੇਂ ਪੂਰੀ ਯੂਨੀਵਰਸ ਨੂੰ ਲੈ ਕੇ, ਕਿਉਂਕਿ ਕੋਵਿਡ ਨੇ ਇੱਕਦਮ ਸਭ ਨੂੰ ਹਿਲਾ ਦਿੱਤਾ ਸੀ, ਸੋ ਇੱਕ ਤਰੀਕੇ ਮਨੁੱਖ ਨੂੰ ਕੁਦਰਤ ਨਾਲ ਜੋੜਨ ਦਾ ਯਤਨ ਕੀਤਾ ਗਿਆ ਇਸ ਵਾਰ। ਕਹਿਣ ਦਾ ਭਾਵ ਇਹ ਸੀ ਕਿ ਅਸੀਂ ਬਹੁਤ ਖਿਲਵਾੜ ਕੀਤਾ ਕੁਦਰਤ ਦੇ ਨਾਲ, ਪਰ ਹੁਣ ਜਦ ਤੱਕ ਧਿਆਨ ਕਰੀਏ ਕਿ ਕੁਦਰਤ ਸਾਡੀ ਕਿਵੇਂ ਲੰਮੀ ਜ਼ਿੰਦਗੀ ਕਰਨ ਨੂੰ ਜੁਟੀ ਹੋਈ ਹੈ। ਉਹਦੇ ਬਾਵਜੂਦ, ਯਾਨੀ ਜੋ ਕੁਛ ਅਸੀਂ ਕਰ ਰਹੇ ਹਾਂ ਉਹਦੇ ਬਾਵਜੂਦ ਕਿੰਨੀਆਂ ਬੇਸ਼ਕੀਮਤੀ ਚੀਜ਼ਾਂ ਸਾਨੂੰ ਮਿਲੀਆਂ ਨੇ, ਜਿਹੜੀਆਂ ਟੂ ਦਿਸ ਐਕਸਟੈਂਟ ਕਿ ਸਾਡੀ ਨਾ ਸਿਰਫ ਉਮਰ ਲੰਬੀ ਕਰਦੀਆਂ ਨੇ, ਕੈਂਸਰ ਵਰਗੀ ਬਿਮਾਰੀ ਨਾਲ ਲੜਦੀਆਂ ਨੇ, ਬਲੱਡ ਪ੍ਰੈਸ਼ਰ ਨੂੰ ਰੋਕ ਸਕਦੀਆਂ ਨੇ, ਡਾਇਬਟੀਜ਼ ਨੂੰ ਰੋਕ ਸਕਦੀਆਂ ਨੇ, ਸੋ ਅਨੇਕ ਬਿਮਾਰੀਆਂ ਨੂੰ ਰੋਕ ਵੀ ਸਕਦੀਆਂ ਨੇ। ਅਸੀਂ ਹੁਣ ਤੱਕ ਲਗਭਗ 4000 ਦੇ ਕਰੀਬ ਨੇ ਜਿਹੜੀਆਂ ਬਹੁਮੁੱਲੀਆਂ ਜੜੀਆਂ ਬੂਟੀਆਂ ਜਿਨ੍ਹਾਂ ਨਾਲ ਭਿਆਨਕ ਬਿਮਾਰੀਆਂ ਨੂੰ ਠੱਲ ਪਾਈ ਜਾ ਸਕਦੀ ਸੀ, ਅਸੀਂ ਗਾਇਬ ਕਰ ਚੁੱਕੇ ਹਾਂ ਇਸ ਧਰਤੀ ਤੋਂ। ਕਾਰਨ ਇਹ, ਅੱਜ ਵੀ ਕਣਕ ਦੇ ਵਿੱਚ ਜੇ ਸਾਨੂੰ ਬਾਥੂ ਦਿਸ ਜਾਏ ਨਾ ਲੱਗਿਆ, ਅਸੀਂ ਕਹਿੰਦੇ ਹਾਂ ਇਹ ਜੜੀ ਬੂਟੀ ਪੱਟ ਕੇ ਸੁੱਟ ਦਿਓ ਜਾਂ ਇਹੋ ਜਿਹਾ ਛਿੜਕਾ ਕਰੋ ਇਹ ਮਰ ਜਾਣ। ਇਹ ਕਾਰਨ ਹੈ ਕਿ ਅਸੀਂ ਬਿਮਾਰੀਆਂ ਨਾਲ ਗ੍ਰਸਤ ਹੁੰਦੇ ਜਾ ਰਹੇ ਹਾਂ। ਸੋ ਇੱਕ ਜਾਗਰੂਕਤਾ ਫੈਲਾਉਣ ਦਾ ਕੰਮ ਸੀ ਕਿ ਭਈ ਥੋੜ੍ਹਾ ਜਿਹਾ ਵਾਪਸ ਕੁਦਰਤ ਵੱਲ ਨੂੰ ਮੁੜੀਏ, ਜਿਹਦੇ ਵਿੱਚੋਂ ਇੱਕ ਬੜੀ ਕਮਾਲ ਦੀ ਖੋਜ ਜਿਹਦਾ ਮੈਂ ਜ਼ਿਕਰ ਕਰਨਾ ਚਾਹਾਂਗੀ। ਇੱਕ ਹਾਈਡਰਾ, ਅੱਧਾ ਕਹਿ ਲਓ ਕੀੜਾ ਅਤੇ ਅੱਧਾ ਬੂਟੇ ਜਿਹਦੇ ਵਾਂਗ ਦਾ ਮਿਕਸਚਰ ਹੀ ਹੈ। ਉਹਦੀ ਖਾਸੀਅਤ ਹੈ ਕਿ ਉਹਨੂੰ ਵੱਢ ਦਿਓ ਨਾ ਕਿਸੇ ਪਾਸੇ ਨੂੰ, ਸਿਰ ਵੀ ਵੱਢ ਦਿਓ, ਉਹਦੇ ਪਾਸੇ ਵੀ ਟੈਂਟੀਕਲਸ ਜੇ ਵੱਢ ਦਿਓ, ਉਹ ਦੁਬਾਰਾ ਉੱਗ ਜਾਂਦੇ ਨੇ। ਹੁਣ ਤੱਕ ਦੀਆਂ ਖੋਜਾਂ ਸਦਕਾ ਹੀ ਤੁਸੀਂ ਦੇਖ ਰਹੇ ਹੋ ਕਿ ਪੈਨਸਲਿਨ ਇਜਾਦ ਹੋਈ, ਖਰੇ ਕਿੰਨੇ ਕਰੋੜਾਂ ਲੋਕ ਬਚੇ। ਇਸੇ ਤਰ੍ਹਾਂ ਜਿਵੇਂ ਜਿਵੇਂ ਇਜਾਦ ਹੋਈ ਜਾ ਰਹੀ ਹੈ, ਅਸੀਂ ਅੱਜ ਘੱਟੋ ਘੱਟ 10-12 ਬਿਮਾਰੀਆਂ ਤੋਂ ਬਚਣ ਲਈ ਟੀਕੇ ਇਜਾਦ ਹੋ ਚੁੱਕੇ ਨੇ, ਜਿਹੜੇ ਅਸੀਂ ਉਹ ਵਾਇਰਸਿਸ ਨਾਲ, ਕੁਛ ਬੈਕਟੀਰੀਆ ਨਾਲ ਲੜਦੇ ਹਾਂ, ਸਾਡਾ ਸਰੀਰ ਤਿਆਰ ਹੁੰਦਾ ਕਿ ਉਹਨਾਂ ਤੋਂ ਅਸੀਂ ਬਚ ਸਕਦੇ ਹਾਂ, ਲੰਮੀ ਜ਼ਿੰਦਗੀ ਭੋਗ ਸਕਦੇ ਹਾਂ। ਇਸੇ ਤਰ੍ਹਾਂ ਹੁਣ ਖੋਜ ਸ਼ੁਰੂ ਹੋਈ ਹੈ ਕਿ ਵਾਪਸ
ਉਸੇ ਵੱਲ ਚੱਲੀਏ। ਯਾਨੀ ਉਹੀ ਬਾਥੂ ਵੇਖੋ ਤੁਹਾਨੂੰ ਕਿਵੇਂ ਕਮਾਲ ਦਾ ਮੀਟ ਵਰਗੀ ਤਗੜੀ ਤਾਕਤ ਦੇ ਸਕਦਾ। ਉਸੇ ਤਰ੍ਹਾਂ ਹੀ ਦੇਖੋ ਕਿ ਕੇਲ ਪੱਤਾ ਕੀ ਕਮਾਲ ਕਰ ਸਕਦਾ। ਲਓ ਜੀ, ਬਰੋਕਲੀ ਸਿਰਫ ਇੰਨਾ ਸਿੱਖ ਲਓ ਕਿਵੇਂ ਇਹਨੂੰ ਵਰਤਣਾ ਅਤੇ ਤੁਸੀਂ ਕਿੰਨੀਆਂ ਸਾਰੀਆਂ ਬਿਮਾਰੀਆਂ 'ਤੇ ਫਤਿਹ ਕਰ ਸਕਦੇ ਹੋ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਅੱਜ ਦੇ ਦਿਨ ਅਸੀਂ ਕਈ ਸਬਜ਼ੀਆਂ ਇਹੋ ਜਿਹੀਆਂ ਨੇ, ਕਈ ਪੱਤੇ ਅਜਿਹੇ ਨੇ ਜਿਨ੍ਹਾਂ ਤੋਂ ਬਹੁਤ ਵੱਡੀਆਂ ਕੰਪਨੀਆਂ ਬੜੀਆਂ ਮਹਿੰਗੀਆਂ ਦਵਾਈਆਂ ਬਣਾ ਰਹੀਆਂ ਨੇ। ਕਾਰਨ ਹੁਣ ਇਹ ਕਿ ਤੁਸੀਂ ਓਨਾ ਮਹਿੰਗਾ ਖਰਚਾ, ਪਹਿਲਾਂ ਤਾਂ ਬਿਮਾਰੀ ਕਰਦੇ ਹੋ, ਬਿਮਾਰੀ ਅਸੀਂ ਸਹੇੜ ਲਈ, ਫਿਰ ਇਲਾਜ 'ਤੇ ਪੈਸੇ ਲਾਏ। ਉਹਦੇ ਨਾਲੋਂ ਜੇ ਅਸੀਂ ਇਹੀ ਕੁਦਰਤੀ ਖੁਰਾਕ ਸਹੀ ਢੰਗ ਨਾਲ ਲੈ ਲਈਏ ਤਾਂ ਕਿੰਨਾ ਕਮਾਲ ਹੋ ਜਾਏ। ਜਿਹਦੇ ਵਿੱਚ ਅਹਿਮ ਰੋਲ ਹੈ ਜੋ ਅਸੀਂ ਛਿੜਕਾਅ ਕਰਦੇ ਹਾਂ। ਜਿੰਨਾ ਕੁ ਅਸੀਂ ਕੈਮੀਕਲ ਧਰਤੀ ਵਿੱਚ ਵਾੜ ਦਿੱਤਾ ਹੈ, ਜੋ ਕਿ ਸਾਡੇ ਪਾਣੀ ਵਿੱਚ ਜਜ਼ਬ ਹੋ ਗਿਆ, ਉਹਦਾ ਨਤੀਜਾ ਇਹ ਹੈ ਕਿ ਉਹ ਸਾਰਾ ਕੈਂਸਰ ਦਾ ਕਾਰਨ ਬਣਦਾ ਜਾ ਰਿਹਾ। ਸਾਡੇ ਜੀਨ ਤੱਕ ਵਿੱਚ ਤਬਦੀਲੀ ਹੋਣੀ ਸ਼ੁਰੂ ਹੋ ਚੁੱਕੀ ਹੈ। ਸੋ ਉਹ ਜਮਾਂ ਅਸੀਂ ਹੋਰ ਵੀ ਅਜੇ ਬਸ ਨਹੀਂ ਕਰਦੇ। ਟੈਸਟੋਸਟੀਰੋਨ ਜੋ ਕਿ ਮੇਲ ਸੈਕਸ ਹਾਰਮੋਨ ਹੈ, ਅਸੀਂ ਆਪਣੇ ਬੇਟੀਆਂ ਨੂੰ ਖਵਾਉਣ ਲੱਗ ਗਏ ਹਾਂ ਕਿ ਇਹਨਾਂ ਦੇ ਕੁੱਖੋਂ ਪੁੱਤਰ ਜੰਮ ਜਾਵੇ। ਸੋ ਮੈਨੂੰ ਨਹੀਂ ਲੱਗਦਾ ਦੁਨੀਆ ਦੇ ਹੋਰ ਕਿਸੇ ਵਿੱਚ ਇਹੋ ਜਿਹਾ ਹਾਲ ਹੋਏਗਾ ਜਿੱਥੇ ਅਸੀਂ ਪੁੱਤਰ ਮੋਹ ਦੇ ਵਿੱਚ ਹੀਜੜੇ ਤੱਕ ਜੰਮਣੇ ਸ਼ੁਰੂ ਕਰ ਦਿੱਤੇ ਨੇ। ਯਾਨੀ ਅਸੀਂ ਤਾਂ ਕੁਦਰਤ ਨਾਲ ਰੱਜ ਕੇ ਖਿਲਵਾੜ ਕਰ ਰਹੇ ਹਾਂ ਅਤੇ ਫਿਰ ਉਸੇ ਨੂੰ ਹੀ ਕਸੂਰਵਾਰ ਠਹਿਰਾਉਂਦੇ ਹਾਂ ਕਿ ਸਾਡੇ ਨਾਲ ਕਿਉਂ ਇਸ ਤਰ੍ਹਾਂ ਹੋ ਰਿਹਾ। ਹੁਣ ਮੈਂ ਹਾਈਡਰਾ ਦੀ ਗੱਲ ਤੁਹਾਡੇ ਨਾਲ ਛੇੜੀ ਸੀ। ਇਸ ਵੇਲੇ ਇੱਕ ਵਿਲੱਖਣ ਖੋਜ ਸ਼ੁਰੂ ਹੋਈ ਹੈ ਦੁਨੀਆ ਦੇ ਇੱਕ ਹਿੱਸੇ ਵਿੱਚ, ਜਿੱਥੇ ਪਹਿਲਾ ਕੇਸ ਹੈ ਜਿਸ ਨੂੰ ਉਸ ਤੋਂ ਬਣਾ ਕੇ ਜੈਨੇਟਿਕ ਚੇਂਜ ਕਰਕੇ ਇੱਕ ਇੰਜੈਕਸ਼ਨ ਤਿਆਰ ਕੀਤਾ ਹੈ, ਜੋ ਉਸ ਨੂੰ ਲਾਇਆ ਗਿਆ। ਉਹ ਹਾਲੇ ਕਿਉਂਕਿ ਸੀਕ੍ਰੇਟ ਚੱਲ ਰਿਹਾ, ਉਹਦੀ ਪੂਰੀ ਖੋਜ ਦੀ ਰਿਪੋਰਟ ਸਾਹਮਣੇ ਨਹੀਂ ਆਈ, ਪਰ ਜੇ ਉਹ ਸਕਸੈਸਫੁਲ ਹੋ ਜਾਂਦਾ ਤਾਂ ਮਤਲਬ ਇਹ ਕਿ ਉਹਦੀ ਉਮਰ ਦੇ ਹਿਸਾਬ ਨਾਲ ਅਸੀਂ ਕਹਿ ਸਕਦੇ ਹਾਂ ਕਿ ਇੱਕ ਇਨਸਾਨ 1400 ਸਾਲ ਤੱਕ ਵੀ ਜ਼ਿੰਦਾ ਰਹਿ ਸਕੇਗਾ। ਇਹ ਖੋਜ ਦਾ ਆਧਾਰ ਇਹ ਜੋ ਕਰ ਰਹੇ ਨੇ। ਹੋ ਸਕਦਾ ਫੇਲ ਹੋ ਜਾਏ, ਪਰ ਕਿਉਂਕਿ ਖੋਜ ਹੈ, ਅੱਗੇ ਵੀ ਬਥੇਰੀਆਂ ਖੋਜਾਂ ਹੋਈਆਂ ਨੇ, ਬਹੁਤ ਕੁਛ ਨਿਕਲਿਆ ਉਹਨਾਂ ਵਿੱਚੋਂ। ਪਰ ਕਹਿਣ ਦਾ ਭਾਵ ਇਹ ਸੀ ਕਿ ਇਸ ਵਾਰ ਕੁਦਰਤ ਨਾਲ ਜੋੜਨ ਦਾ ਸਿਰਫ ਮਕਸਦ ਇਹੋ ਹੈ ਕਿ ਵਿਕਸਿਤ ਮੁਲਕਾਂ ਨੂੰ ਸਮਝ ਆ ਗਈ, ਉਹ ਵਾਪਸ ਆ ਗਏ ਨੇ ਕਿ ਅਸੀਂ ਪ੍ਰੋਸੈਸਡ ਚੀਜ਼ਾਂ ਤੋਂ ਪਰਾਂ ਹੋ ਕੇ ਸਬਜ਼ੀਆਂ ਖਾਈਏ, ਕੁਛ ਥੋੜ੍ਹਾ ਬਹੁਤ ਜਿਵੇਂ ਕੁਦਰਤੀ ਚੀਜ਼ਾਂ ਲੈ ਕੇ ਅਤੇ ਉਹਨਾਂ ਤੋਂ ਅਸੀਂ ਫਾਇਦਾ ਲੈ ਸਕੀਏ। ਪਰ ਅਸੀਂ ਅਜੇ ਵਿਕਾਸਸ਼ੀਲ ਮੁਲਕ ਹੁੰਦਿਆਂ ਹੋਇਆਂ ਅਸੀਂ ਉਹਨਾਂ ਦਾ ਅਜੇ ਜੋ ਉਹ 50 ਸਾਲ ਪਹਿਲਾਂ ਕਰਦੇ ਸੀ, ਅਸੀਂ ਹੁਣ ਸ਼ੁਰੂ ਕੀਤਾ ਕਿ ਅਸੀਂ ਉਹਨਾਂ ਵਾਂਗ ਉਹੀ ਚੀਜ਼ ਬਰਗਰ, ਪਾਸਤਾ, ਪਿਜ਼ਾ, ਨੂਡਲਸ ਅਸੀਂ ਉੱਥੇ ਨੂੰ ਤੁਰ ਗਏ ਹਾਂ। ਸਾਡੇ ਤਾਂ ਜੰਮਦੇ ਬੱਚੇ ਦੇ ਮੂੰਹ 'ਚ ਪਹਿਲਾਂ ਕਹਿਣਗੇ ਵੀ ਅਸੀਂ ਚਿਪਸ ਜਾਂ ਕੁਰਕਰੇ ਪਾ ਦਈਏ, ਮਾਂ ਦਾ ਦੁੱਧ ਵੀ ਬਾਅਦ 'ਚ ਦਿੰਦੇ ਹਾਂ। ਸੋ ਉਹ ਅਹਿਮ ਚੀਜ਼ਾਂ ਲਈ ਸਿਰਫ ਜਾਗਰਤ ਹੋਣ ਲੋਕ ਕਿ ਭਈ ਉਹੀ ਬਾਥੂ ਨੇ ਬਚਾਉਣਾ। ਉਹੀ ਮੇਥੀ ਜੋ ਤੁਸੀਂ 40 ਰੁਪਏ ਦਾ ਕੈਪਸੂਲ ਬਾਹਰੋਂ ਖਰੀਦ ਕੇ ਖਾਓਗੇ ਨਾ ਆਪਣੀ ਡਾਇਬਟੀਜ਼ ਕੰਟਰੋਲ ਕਰਨ ਲਈ, ਜੇ ਉਹ ਰੋਜ਼ ਦੀ ਮੇਥੀ ਖਾ ਲਓ ਜਿਸ 'ਚ ਛਿੜਕਾਅ ਨਹੀਂ ਕੀਤਾ ਹੋਇਆ, ਨਾਲ ਰਾਗੀ ਦਾ ਆਟਾ ਲੈ ਲਓ ਅਤੇ ਤੁਹਾਡੀਆਂ 90% ਬਿਮਾਰੀਆਂ ਤਾਂ ਵੈਸੇ ਹੀ ਠੀਕ ਹੋ ਜਾਣੀਆਂ। ਡਾਕਟਰ ਸਾਹਿਬ, ਮਿਲਾਵਟ ਬਹੁਤ ਹੋਣ ਲੱਗ ਪਈ ਹੈ ਅਤੇ ਅਕਸਰ ਇਹ ਦੇਖਿਆ ਜਾਂਦਾ ਹੈ ਕਦੋਂ ਤਿਉਹਾਰ ਆਉਂਦਾ ਹੈ ਕੋਈ, ਤਾਂ ਉਸ ਵੇਲੇ ਹੀ ਸਿਹਤ ਵਿਭਾਗ ਵੀ ਪੂਰੀ ਤਰ੍ਹਾਂ ਚੌਕਸ ਹੋ ਜਾਂਦਾ ਜੀ, ਇੱਥੇ ਇੰਨੇ ਕੁਆਂਟਲ ਪਨੀਰ ਫੜਿਆ ਗਿਆ, ਖੋਆ ਫੜਿਆ ਗਿਆ। ਉਹ ਤੋਂ ਕਿਸ ਤਰ੍ਹਾਂ ਬਚ ਸਕਦੇ ਹਾਂ? ਲੋਕਾਂ ਨੂੰ ਥੋੜ੍ਹਾ ਜਿਹਾ ਜਾਗਰੂਕ ਜ਼ਰੂਰ ਕਰੋ। ਪਹਿਲੀ ਗੱਲ ਤਾਂ ਇਹ ਹੈ ਜੀ ਕਿ ਖਿਮਾ ਕਰਿਓ, ਜਦੋਂ ਕਿਸੇ 'ਤੇ ਉਂਗਲ ਚੁੱਕੀ ਜਾਵੇ ਉਹਨੂੰ ਪੀੜ ਹੁੰਦੀ ਹੈ, ਪਰ ਸੱਚ ਕੌੜਾ ਹੁੰਦਾ। ਭਲਾ ਬਾਕੀ ਸਾਰਾ ਸਾਲ ਕਿਉਂ ਚੁੱਪੀ ਰੱਖੀ ਜਾਂਦੀ ਹੈ? ਇਸੇ ਵਿਭਾਗ ਵੱਲੋਂ ਜਿਹੜੇ ਹੁਣ ਫੜ ਲੈਂਦੇ ਨੇ ਉਹਦੇ ਵਿੱਚੋਂ ਵੀ ਕਿਉਂ ਬਹੁਤ ਸਾਰਿਆਂ ਨੂੰ ਵਾਪਸ ਖੁੱਲ੍ਹ ਦੇ ਦਿੱਤੀ ਜਾਂਦੀ ਹੈ? ਕਿਉਂ ਕਈਆਂ ਦੇ ਫੋਨ ਪਹੁੰਚ ਜਾਂਦੇ ਨੇ? ਫਿਰ ਇਹ ਲੋਕ ਕਿਵੇਂ ਸਜ਼ਾਵਾਂ ਤੋਂ ਬਚ ਜਾਂਦੇ ਨੇ? ਫਿਰ ਹਰ ਸਾਲ ਇਹੀ ਚੀਜ਼ ਕਿਉਂ ਤੁਰਦੀ ਰਹਿੰਦੀ ਹੈ? ਵੱਡਾ ਸਵਾਲ ਹੈ ਅਤੇ ਲੋਕ ਸਮਝਦਾਰ ਨੇ, ਮੈਨੂੰ ਕਹਿਣ ਦੀ ਲੋੜ ਨਹੀਂ ਕਿ ਕੀ ਕੁਛ ਚੱਲਦਾ ਹੈ ਅੰਦਰ ਅਤੇ ਕਿਵੇਂ ਇਹਨੂੰ ਰੋਕਣ ਦੀ ਲੋੜ ਹੈ। ਇੱਕ ਤਬਦੀਲੀ ਇਸ ਵੇਲੇ ਦਿਸੀ ਹੈ ਜੋ ਲੋਕਾਂ ਦੀ ਉਮੀਦ ਜਗਾ ਸਕੀ ਸੀ, ਪਰ ਉਹ ਕਿੰਨੀ ਦੇਰ ਟਿਕੀ ਰਹਿੰਦੀ ਹੈ? ਕਿਵੇਂ ਲੋਕ ਉਹਦੇ ਵਿੱਚ ਆਪਣਾ ਆਵਾਜ਼ ਸ਼ਾਮਲ ਕਰਦੇ ਨੇ, ਉਹ ਮਾਇਨੇ ਰੱਖੇਗਾ। ਕਿਉਂਕਿ ਜੇ ਥੋੜ੍ਹੀ ਦੇਰ ਤੱਕ ਇਸੇ ਤਰ੍ਹਾਂ ਇਹ ਉਛਾਲ ਜੋ ਆਇਆ ਸੀ ਇਸੇ ਤਰ੍ਹਾਂ ਹੀ ਬਹਿ ਗਿਆ, ਜਾਂ ਲੱਗਿਆ ਕਿ ਕਿਸੇ ਵੀ ਪਾਸਿਓਂ ਉਸ ਵਾਪਸ ਉਹੀ ਜੋ ਪਹਿਲਾਂ ਚੱਲਦੀਆਂ ਸੀ ਸਰਕਾਰਾਂ ਉਂਝ ਹੀ ਹੋਣ ਲੱਗਿਆ ਹੈ, ਤਾਂ ਲੋਕ ਇਸ ਵਾਰ ਆਰਾਮ ਨਾਲ ਨਹੀਂ ਬੈਠਣ ਲੱਗੇ। ਕਿਉਂਕਿ ਜਿੰਨੀ ਉਤਾਂਹ ਚੜ੍ਹੇ ਜਾਵੇ ਨਾ ਅਸੀਂ, ਓਨੀ ਡਿੱਗਣ ਲੱਗਿਆਂ ਸੱਟ ਵੱਧ ਲੱਗਦੀ ਹੈ। ਪਹਿਲੀਆਂ ਸਰਕਾਰਾਂ ਵੇਲੇ ਹੁੰਦਾ ਸੀ ਕਿ ਅਸੀਂ ਇਹ ਹੋਣਾ ਹੀ ਹੈ, ਇਹ ਕਰਦੀਆਂ ਹੀ ਨੇ, ਇਹ ਜੋ ਜਿਵੇਂ ਮਰਜ਼ੀ 25 75 ਜਾਂ 50 50 ਜਾਂ 80 ਵੀ ਜੋ ਵੀ ਉਹ ਕਹਿੰਦੇ ਸੀ, ਕਹਿ ਰਹੇ ਸੀ। ਜੋ ਇਸ ਸਮੇਂ ਦੀ ਇੱਕ ਉਮੀਦ ਜਾਗੀ ਸੀ ਉਹਦੇ ਵਿੱਚ ਸੀ ਕਿ ਉਹ ਸਾਰਾ ਕੁਝ ਨਹੀਂ ਹੋਏਗਾ,
ਪਰ ਜੇ ਉਸ ਸਾਰੇ ਕੁਛ ਵਿੱਚੋਂ 2% ਵੀ ਹੋਇਆ ਨਾ, ਕਿਉਂਕਿ ਉਚਾਈ ਬਹੁਤ ਹੈ, ਉਹ 2% ਵੀ ਸੱਟ ਬਹੁਤ ਡੂੰਘੀ ਮਾਰੇਗਾ। ਸੋ ਇਸ ਕਰਕੇ ਰਿਸਪੌਂਸਿਬਿਲਿਟੀ ਬੜੀ ਹੈ ਨਵੀਂ ਸਰਕਾਰ 'ਤੇ ਕਿ ਅਸੀਂ ਵਾਕਈ ਕੁਝ ਕਰਕੇ ਦਿਖਾਈਏ। ਅਤੇ ਜੇ ਇਹ ਇਸੇ ਤਰ੍ਹਾਂ ਹੀ ਤੁਰਿਆ ਕਿ ਤਿਉਹਾਰਾਂ ਵੇਲੇ ਕੁਝ ਕੁ ਲੱਭ ਲਿਆ ਜਾਏਗਾ, ਪਰ ਰੋਜ਼ ਜੋ ਐਕਚੁਅਲ ਕੁਆਂਟਿਟੀ ਪ੍ਰੋਡਿਊਸ ਹੁੰਦੀ ਹੈ ਅਤੇ ਜੋ ਕੰਜ਼ਿਊਮ ਹੁੰਦੀ ਹੈ ਉਹਦੇ 'ਚ ਡਿਫਰੈਂਸ ਬੜੇ ਹਜ਼ਾਰਾਂ ਲੀਟਰਾਂ ਦਾ ਜੇ। ਸੋ ਇਹਦਾ ਮਤਲਬ ਹੈ ਕਿ ਨਕਲੀ ਮਾਲ ਤੜਾ ਤੜ ਵਿਕ ਰਿਹਾ ਅਤੇ ਉਹ ਬੇਖੌਫ ਜੇ ਹਨ ਦਾ ਮਤਲਬ ਹੈ ਕਿ ਸਰਕਾਰ ਨੂੰ ਉੱਧਰ ਧਿਆਨ ਦੇਣ ਦੀ ਲੋੜ ਹੈ ਕਿ ਜੇ ਬਾਕੀਆਂ ਹੀ ਸਰਕਾਰਾਂ ਵਾਂਗ ਠੱਪਾ ਨਹੀਂ ਲਵਾਉਣਾ ਤਾਂ ਇਸ 'ਤੇ ਤੁਰੰਤ ਸਖਤੀ ਨਾਲ ਰੋਕ ਲਾਈ ਜਾਏ। ਸੋ ਪਹਿਲੀ ਚੀਜ਼ ਤਾਂ ਇਸ ਤਰ੍ਹਾਂ ਦੀ ਗੰਦਗੀ ਜੋ ਸਾਨੂੰ ਮਿਲਣੀ, ਇਹ ਬਿਮਾਰੀਆਂ ਦਾ ਕਾਰਨ ਤਾਂ ਬਣ ਰਿਹਾ, ਪਰ ਜਿਹੜਾ ਇਹ ਕਰ ਰਿਹਾ ਕੰਮ ਸ਼ਾਇਦ ਉਹ ਇਸ ਭੁਲੇਖੇ 'ਚ ਹੈ ਕਿ ਉਹ ਆਪ ਬਚ ਜਾਏਗਾ। ਮੈਂ ਰੱਤੀ ਇੱਕ ਐਗਜ਼ਾਮਪਲ ਦਿੰਦੀ ਹਾਂ ਕਿ ਜਦੋਂ ਉਹ ਆਪ ਇਹ ਕੁਛ ਬਣਾ ਕੇ ਦੇ ਰਿਹਾ, ਉਹਨੂੰ ਸ਼ਾਇਦ ਅੰਦਾਜ਼ਾ ਵੀ ਨਹੀਂ ਕਿ ਜੋ ਉਹ ਖਰੀਦ ਕੇ ਖਾਏਗਾ ਉਹ ਪਾਣੀ ਜਿਹੜਾ ਥੱਲੋਂ ਦੀ ਜਾਣਾ। ਯਾਨੀ ਕੁਝ ਇਹੋ ਜਿਹੇ ਵੀ ਨੇ ਜਿਹੜੇ ਕਹਿ ਦਿੰਦੇ ਨੇ ਅਸੀਂ ਆਪਣੇ ਲਈ ਵੱਖ ਬੀਜ ਲਈ ਜੀ ਕਣਕ, ਇੱਥੇ ਸਪਰੇਅ ਨਹੀਂ ਕੀਤਾ, ਇਹ ਸਾਡੇ ਲਈ ਹੈ। ਭੁੱਲ ਜਾਂਦੇ ਨੇ ਕਿ ਭਾਈ ਕੁਦਰਤ ਕਮਾਲ ਦੀ ਹੈ, ਉਹਨੇ ਜੋ ਛਿੜਕਾਅ ਬਾਕੀਆਂ ਥਾਂ 'ਤੇ ਕੀਤਾ ਸੀ ਉਹ ਪਾਣੀ ਥੱਲੋਂ ਉਹੀ ਖਿੱਚ ਕੇ ਉੱਪਰ ਲੈ ਆਉਣਾ। ਉਹਨੇ ਇੱਥੇ ਛਿੜਕਾਅ ਕੀਤਾ ਜਾਂ ਨਹੀਂ ਕੀਤਾ, ਪਰ ਉਹਦੇ ਵਿੱਚ ਓਨੇ ਹੀ ਅੰਸ਼ ਜ਼ਹਿਰ ਦੇ ਮਿਲਣਗੇ ਜਿਹੜੇ ਬਾਕੀ ਤੁਹਾਡੀ ਫਸਲ ਵਿੱਚ ਨੇ। ਸੋ ਇਹਦਾ ਮਤਲਬ ਹੈ ਕੁਦਰਤ ਆਪਣਾ ਹਿਸਾਬ ਬਰਾਬਰ ਕਰ ਦਿੰਦੀ ਹੈ। ਸੋ ਅਸੀਂ ਜਦੋਂ ਦੂਜੇ ਨੂੰ ਮਾਰਨ ਲਈ ਜ਼ਹਿਰ ਪਾਉਂਦੇ ਹਾਂ ਨਾ, ਉਹਦੀਆਂ ਛਿੱਟਾਂ ਸਾਡੇ ਉੱਤੇ ਪੈਂਦੀਆਂ ਨੇ। ਸੋ ਪਹਿਲਾਂ ਤਾਂ ਆਪਣੀ ਜ਼ਿੰਮੇਵਾਰੀ ਸਮਝਣ ਕਿ ਇਹ ਵਕਤੀ ਜੋ ਅਸੀਂ ਫਾਇਦਾ ਲੈਣਾ, ਇਹ ਗਲਤ ਚੀਜ਼ਾਂ 'ਤੇ ਖਵਾ ਕੇ ਉਹਦੇ ਵਿੱਚ ਨਾਸ ਉਹਨਾਂ ਦੇ ਆਪਣੇ ਟੱਬਰ ਦਾ ਵੀ ਹੋਣਾ ਜੇ। ਸੋ ਸਾਨੂੰ ਸਾਰਿਆਂ ਨੂੰ ਰਲ ਕੇ ਸਮਝਣਾ ਚਾਹੀਦਾ ਕਿ ਇਹ ਕੁਦਰਤ ਵੱਲੋਂ ਬਖਸ਼ੀ ਧਰਤੀ ਹੈ, ਅਤੇ ਜੇ ਅਸੀਂ ਇਹਦਾ ਨਾਸ ਮਾਰ ਦਿਆਂਗੇ ਜਾਂ ਇੱਥੇ ਰਹਿਣ ਵਾਲਿਆਂ ਨੂੰ ਮਾਰ ਮੁਕਾਵਾਂਗੇ ਤਾਂ ਫਿਰ ਸਾਰਿਆਂ ਨੇ ਹੀ ਮੁੱਕ ਜਾਣਾ, ਕੋਈ ਇਕੱਲਾ ਬਚਣ ਨਹੀਂ ਲੱਗਾ। ਸੋ ਇਹ ਜ਼ਿੰਮੇਵਾਰੀ ਸਾਡੇ ਸਾਰਿਆਂ 'ਤੇ ਹੈ ਕਿ ਜਾਗੀਏ, ਲੋਕਾਂ ਨੂੰ ਵੀ ਜਗਾਈਏ ਕਿ ਜੇ ਕੁਦਰਤ ਸਾਂਭਾਂਗੇ ਤਾਂ ਹੀ ਸਿਹਤਮੰਦ ਰਹਿ ਸਕਦੇ ਹਾਂ, ਵਰਨਾ ਸਿਰਫ ਆਪਣੀ ਸੋਚ ਨੂੰ ਉੱਥੇ ਤੱਕ, ਆਪਣੇ ਚੁਗਿਰਦੇ ਤੱਕ ਰੱਖੀਏ ਕਿ ਮੈਂ ਅਤੇ ਮੇਰਾ ਟੱਬਰ ਇਹ ਮਹੀਨੇ ਜਾਂ ਇਹ ਸਾਲ ਲਈ ਕਮਾਈ ਇਕੱਠੀ ਕਰ ਰਿਹਾ, ਤਾਂ ਭਾਈ ਅੱਗੋਂ ਜਿਹੜੇ 20 ਸਾਲ ਦੀ ਉਮਰ ਛੋਟੀ ਕਰ ਰਹੇ ਉਹਦੇ ਵੱਲ ਖਿਆਲ ਕਿਉਂ ਨਹੀਂ ਕਰਦੇ। ਡਾਕਟਰ ਸਾਹਿਬ, ਪਾਣੀ ਦੇ ਬਾਰੇ ਰਿਪੋਰਟ ਪੜ੍ਹੀ ਸੀ ਕਿ ਧਰਤੀ ਹੇਠਲਾ ਜਿਹੜਾ ਪਾਣੀ ਆ ਉਹ 17 ਕੁ ਸਾਲਾਂ ਦੇ ਬਚਿਆ, ਜਿਹੜੀ ਸਾਡੇ ਸੈਂਟਰ ਵੱਲੋਂ ਰਿਪੋਰਟ ਜਾਰੀ ਕੀਤੀ ਹੈ, ਜਿਹੜਾ ਜਲ ਵਿਭਾਗ ਆ ਉਹਨਾਂ ਦਾ। ਅਤੇ ਪਾਣੀ ਨੂੰ ਕਿਸ ਤਰ੍ਹਾਂ ਬਚਾਇਆ ਜਾ ਸਕਦਾ? ਅਕਸਰ ਤੁਸੀਂ ਵੀ ਦੇਖਿਆ ਹੋਣਾ ਕਿ ਲੋਕ ਸੜਕਾਂ 'ਤੇ ਪਾਣੀ ਸੁੱਟੀ ਜਾਂਦੇ ਨੇ, ਝੋਨੇ ਦਾ ਕੋਈ ਇਹਨਾਂ ਨੂੰ ਬਦਲ ਨਹੀਂ ਮਿਲ ਰਿਹਾ। ਕਿੰਨਾ ਕੁ ਸੱਚ ਹੈ ਕਿ ਪਾਣੀ ਜੇਕਰ ਨਾ ਰਿਹਾ ਤਾਂ ਸਾਡਾ ਜੀਵਨ ਕਿਸ ਤਰ੍ਹਾਂ ਦਾ ਹੋ ਜਾਏਗਾ? ਦੇਖੋ, ਇਜ਼ਰਾਈਲ ਨੇ ਬੜੀ ਸੋਹਣੀ ਐਗਜ਼ਾਮਪਲ ਦਿੱਤੀ ਹੈ ਕਿ ਭਾਈ ਜਦੋਂ ਬੰਦਾ ਸਿਰੜੀ ਹੋਵੇ ਨਾ ਅਤੇ ਦ੍ਰਿੜ ਹੋਵੇ ਕੁਝ ਕਰਨਾ ਜ਼ਰੂਰ ਹੈ, ਉਹ ਕਮਾਲ ਕਰ ਸਕਦਾ ਹੈ। ਐਗਜ਼ੈਕਟਲੀ ਸਾਡੇ ਇਸ ਵੇਲੇ ਜੇ ਸਾਨੂੰ ਕੁਦਰਤ ਨੇ ਬਖਸ਼ਿਆ ਜੀ ਕੋਦਰਾ, ਰਾਗੀ ਜਾਂ ਬਾਜਰਾ, ਜਿਨ੍ਹਾਂ ਨੂੰ ਪਾਣੀ ਚਾਹੀਦਾ ਹੀ ਨਹੀਂ, ਉਹ ਜੰਗਲੀ ਬੂਟੀਆਂ ਵਾਂਗ ਉੱਗੀਆਂ ਪਈਆਂ। ਦਾ ਮਤਲਬ ਇਹ ਹੈ ਸੋਕੇ ਵਿੱਚ ਵੀ ਉੱਗ ਜਾਣ ਵਾਲੀਆਂ, ਬਹੁਤ ਜ਼ਿਆਦਾ ਮੀਂਹ ਵਿੱਚ ਵੀ ਉੱਗ ਜਾਣ ਵਾਲੀਆਂ। ਦਾ ਮਤਲਬ ਇਹ ਹੈ ਕਿ ਅਸੀਂ ਧਰਤੀ ਹੇਠੋਂ ਪਾਣੀ ਕੱਢਣ ਦੀ ਥਾਂ ਪਹਿਲਾਂ ਤਾਂ ਉਹ ਚੀਜ਼ਾਂ ਲਾਈਏ ਜਿਹੜੀਆਂ ਸਾਨੂੰ ਸਿਹਤ ਵੀ ਦਿੰਦੀਆਂ ਨੇ, ਲੰਬੀ ਜ਼ਿੰਦਗੀ ਵੀ ਦਿੰਦੀਆਂ ਨੇ, ਅਤੇ ਪਾਣੀ ਦੀ ਵਰਤੋਂ ਘੱਟ ਵੀ ਜਾਂਦੀ ਹੈ। ਸੋ ਪਹਿਲਾਂ ਤਾਂ ਇਹ ਤਬਦੀਲੀ ਕਰਨ ਦੀ ਲੋੜ ਹੈ, ਅਤੇ ਇਹ ਨਹੀਂ ਹੈ ਕਿ ਇਹਨਾਂ ਦੀ ਵਿਕਰੀ ਨਹੀਂ ਹੁੰਦੀ। ਤੁਸੀਂ ਵੇਖੋ, ਜੇ ਕਰਨਾਟਕ ਪੂਰਾ ਇਸ ਤੋਂ ਬਣੀਆਂ ਚੀਜ਼ਾਂ ਤੋਂ ਖਰਬਾਂ ਕਮਾ ਸਕਦਾ ਹੈ ਅਤੇ ਅਸੀਂ ਕਿਉਂ ਨਹੀਂ। ਸੋ ਇਹ ਕਣਕ ਚੌਲ ਦੇ ਗੇੜ 'ਚੋਂ ਸਾਨੂੰ ਨਿਕਲਣਾ ਪੈਣਾ ਹੈ, ਵਰਨਾ ਮੋਇੰਜੋ ਦੜੋ ਸਾਡੇ ਕੋਲ ਐਗਜ਼ਾਮਪਲ ਪਈ ਹੈ ਕਿ ਅਸੀਂ ਉਸੇ ਹੀ ਵੱਲ ਨੂੰ ਚਾਲੇ ਪਾ ਰਹੇ ਹਾਂ, ਅਤੇ ਜਦੋਂ ਕੁਝ ਵੀ ਨਹੀਂ ਰਹਿਣਾ ਫਿਰ ਵੀ ਤਾਂ ਸਾਡੀਆਂ ਪੁਸ਼ਤਾਂ ਭੁੱਖੀਆਂ ਹੀ ਮਰਨੀਆਂ ਜਾਂ ਕਿਸੇ ਹੋਰ ਟੱਕਰਾਂ ਮਾਰਨਗੇ ਦੂਜੇ ਮੁਲਕਾਂ 'ਚ ਜਾ ਕੇ। ਕਿਉਂ ਆਖਰ ਆਪਾਂ ਇਹ ਧਰਤੀ ਉਜਾੜਨ 'ਤੇ ਤੁਲੇ ਹਾਂ? ਸਾਡੇ ਕੋਲ ਇਤਿਹਾਸ ਇੰਨਾ ਕਮਾਲ ਦਾ ਇੱਥੇ ਸਾਂਭਿਆ ਪਿਆ ਕਿ ਜੇ ਇਹ ਖ਼ਤਮ ਕਰ ਗਏ, ਸਿਰਫ ਆਪਾਂ ਪਾਣੀ ਕੱਢ ਕੇ, ਉਹੀ ਫਿਰ ਗੱਲ ਤਾਂ ਵਕਤੀ ਫਾਇਦੇ ਦੀ ਹੈ, ਪਰ ਇਸ 'ਤੇ ਸਖਤ ਕਾਨੂੰਨ ਬਣਨ ਦੀ ਲੋੜ ਹੈ ਕਿ ਜੇ ਇਜ਼ਰਾਈਲ ਵਰਗੀ ਥਾਂ ਜਾਂ ਹੋਰ ਜਿੰਨੀਆਂ ਰੇਤਲੀਆਂ ਥਾਵਾਂ ਸੀ ਧਰਤੀ ਜਿੱਥੇ ਪਾਣੀ ਨਹੀਂ ਸੀ, ਜੇ ਉਹ ਸਪ੍ਰਿੰਕਲਰਸ ਨਾਲ ਉੱਥੇ ਕਮਾਲ ਕਰ ਸਕਦੇ ਨੇ, ਤਾਂ ਸਾਡੇ ਵੀ ਇਸੇ ਤਰ੍ਹਾਂ ਦਾ ਸਿਸਟਮ ਹੋਣਾ ਚਾਹੀਦਾ ਕਿ ਬਜਾਏ ਜਿਹੜਾ ਆਵੇ ਉਹ ਆਪਣੇ ਛਾਤੀ 'ਤੇ ਹੱਥ ਮਾਰੇ ਕਿ ਮੈਂ ਜੀ ਇੰਨੇ ਟਿਊਬਵੈੱਲ ਲਵਾ ਦਿੱਤੇ। ਭਾਈ ਉਹਨੂੰ ਤਾਂ ਸਗੋਂ ਜੇਲ੍ਹ ਹੋਣੀ ਚਾਹੀਦੀ ਹੈ। ਜਿਹੜਾ ਸਿਆਸਤਦਾਨ ਕਹਿੰਦਾ ਵੀ ਮੈਂ ਧਰਤੀ ਦਾ ਸੀਨਾ ਪਾੜਤਾ, ਮੈਂ ਪਾਣੀ ਕੱਢਤਾ, ਉਹ ਤਾਂ ਗੁਨਾਹਗਾਰ ਹੈ। ਇਹ ਉਹਦੀ ਕੋਈ ਵਡਿਆਈ ਆਪਣੀ ਕਰ ਰਿਹਾ ਕਿ ਮੈਂ ਇੰਨੇ ਟਿਊਬਵੈੱਲ ਵੰਡ ਦਿੱਤੇ ਨੇ। ਭਾਈ ਤੂੰ ਸਗੋਂ ਪੰਜਾਬ ਨੂੰ ਹੋਰ ਬੰਜਰ ਕਰ ਰਿਹਾ ਹੈ। ਤੈਨੂੰ ਤਾਂ ਖੁੱਲ੍ਹੇ ਫਿਰਨ ਦੀ ਸਗੋਂ ਕੋਈ ਇਜਾਜ਼ਤ ਹੀ ਨਹੀਂ ਹੋਣੀ ਚਾਹੀਦੀ। ਸੋ ਇਹ ਤਾਂ ਸਖਤ ਸਜ਼ਾਵਾਂ
ਤੇ ਦੂਜੇ ਪਾਸੇ ਇੱਕ ਅਸੀਂ ਅਵੇਕਨਿੰਗ ਕਰ ਸਕੀਏ ਕਿ ਭਈ ਅਸੀਂ ਆਪਣੇ ਹੀ ਪੁਸ਼ਤਾਂ ਨੂੰ ਖਤਮ ਕਰਨ ਵੱਲ ਤੁਲੇ ਹਾਂ। ਜੇ ਪਾਣੀ ਨਹੀਂ ਰਹਿਣਾ ਅਸੀਂ ਕਿਵੇਂ ਬਚਾਂਗੇ। ਸੋ ਇਸ ਕਰਕੇ ਅਸੀਂ ਪਾਣੀ ਨੂੰ ਹਰ ਹਾਲ 'ਚ ਕੱਢਣਾ ਬੰਦ ਕਰਕੇ ਅਸੀਂ ਦਰਿਆਵਾਂ ਦੇ ਪਾਣੀ ਇਹਨਾਂ ਨੂੰ ਵਰਤਣਾ ਸ਼ੁਰੂ ਕਰੀਏ, ਰਿਵਰ ਵਾਟਰ ਲੈ ਕੇ ਆਈਏ, ਤਾਂ ਕਿ ਅਸੀਂ ਨਾਲ ਜਿੱਥੇ ਖੇਤੀ ਹੈ ਉਹਨਾਂ ਨੂੰ ਸਪ੍ਰਿੰਕਲਰ ਸਿਸਟਮ ਵੀ ਹੋਣ, ਉਹਨਾਂ ਨੂੰ ਕੋਈ ਡਾਇਵਰਸੀਫਿਕੇਸ਼ਨ ਆਫ ਇਹ ਵੀ ਦੱਸਿਆ ਜਾਵੇ ਕਿ ਕਿਵੇਂ ਇਹ ਫਸਲਾਂ ਤੋਂ ਇਲਾਵਾ ਫੁੱਲ ਹੋਣ, ਕੁਝ ਹੋਰ ਬਹੁਤ ਕੁਛ ਜੇ ਹੁਣ ਤਾਂ, ਅਤੇ ਜਿਵੇਂ ਪ੍ਰੋਸੈਸਿੰਗ ਆਫ ਫੂਡ ਉਹਨਾਂ ਨੂੰ ਸਿਖਾ ਦਿੱਤੀ ਜਾਏ ਕਿ ਭਾਈ ਤੁਹਾਡੇ ਆਲੂ ਵੀ ਨੇ ਤਾਂ ਇੱਥੇ ਹੀ ਅਸੀਂ ਚਿਪਸ ਬਣਾ ਕੇ ਇੱਕ ਵਰਲਡ ਕੁਆਲਿਟੀ ਦੇ ਅੱਗੇ ਦੇ ਸਕਦੇ ਹਾਂ, ਬਈ ਇੱਥੇ ਹੀ ਜੈਮ ਬਣਨਗੇ, ਇੱਥੇ ਹੀ ਤੁਹਾਡੀਆਂ ਸੌਸਿਸ ਬਣਨਗੀਆਂ। ਤਾਂ ਉਹ ਚੀਜ਼ ਅਸੀਂ ਇਸ ਵੇਲੇ ਸਾਨੂੰ ਲੋੜ ਹੈ ਪੰਜਾਬ ਵਿੱਚ ਕਰਨ ਦੀ, ਜਿੱਥੇ ਸਾਡਾ ਕਿਸਾਨ ਵੀਰ ਵੀ ਵਧੀਆ ਜ਼ਿੰਦਗੀ ਜੀ ਸਕੇਗਾ। ਉੱਥੇ ਘੱਟੋ ਘੱਟ ਪਾਣੀ ਦੀ ਤਾਂ ਹਰ ਹਾਲ ਵਿੱਚ ਵਰਤੋਂ ਸਾਨੂੰ ਰੋਕਣੀ ਪੈਣੀ ਹੈ। ਅਤੇ ਜਿਹੜੇ ਇਸ ਪਾਣੀ 'ਚ ਜ਼ਹਿਰ ਰਲਾ ਰਹੇ ਨੇ, ਜਿਨ੍ਹਾਂ ਦੇ ਨਾਲ ਪਤਾ ਹੈ ਵੀ ਉਹਨਾਂ ਦੀਆਂ ਫੈਕਟਰੀਆਂ ਜ਼ਹਿਰ ਉਗਲ ਰਹੀਆਂ ਨੇ, ਮੱਛੀਆਂ ਹੁਣੇ ਮਰੀਆਂ, ਸਾਨੂੰ ਪਤਾ ਹੈ ਕੌਣ ਸੀ ਜ਼ਿੰਮੇਵਾਰ, ਤਾਂ ਉਹਨਾਂ ਨੂੰ ਜੇ ਖੁੱਲ੍ਹਾ ਛੱਡ ਰਹੇ ਹਾਂ ਤਾਂ ਇਹਦਾ ਮਤਲਬ ਹੈ ਕਿ ਅਸੀਂ ਅਸਲ ਆਪਣੀ ਡਿਊਟੀ ਨਿਭਾ ਨਹੀਂ ਰਹੇ। ਡਾਕਟਰ ਸਾਹਿਬ, ਤੁਸੀਂ ਅੱਜ ਦੇ ਦਿਹਾੜੇ ਦੇ ਉੱਤੇ ਖਾਸ ਤੌਰ 'ਤੇ ਲੋਕਾਂ ਨੂੰ ਜਾਗਰੂਕ ਕੀਤਾ। ਅੱਜ ਵਰਲਡ ਹੈਲਥ ਡੇ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ, ਤੁਹਾਡਾ ਵੀ ਧੰਨਵਾਦ, ਤੁਸੀਂ ਸਮਾਂ ਦਿੱਤਾ। ਅਤੇ ਹਰ ਸੁਣਨ ਵਾਲੇ ਨੂੰ ਫਿਰ ਨਿੱਘੀ ਫਤਿਹ, ਇਸ ਉਮੀਦ ਨਾਲ ਕਿ ਅਸੀਂ ਸਾਰੇ ਰਲ ਮਿਲ ਕੇ ਘੱਟੋ ਘੱਟ ਇਹ ਦੁਨੀਆ ਰੰਗ ਰੰਗੀਲੀ ਰਹਿਣ ਦੇਵਾਂਗੇ। ਇਹ ਸਾਡੀ ਪੁਸ਼ਤਾਂ ਲਈ ਤਾਂ ਘੱਟੋ ਘੱਟ ਜ਼ਰੂਰ ਅਸੀਂ ਇਹਨੂੰ ਬਹੁਤ ਸੋਹਣੇ ਤਰੀਕੇ ਛੱਡ ਕੇ ਜਾਵਾਂਗੇ, ਜਿਵੇਂ ਸਾਨੂੰ ਸਾਡੇ ਵਡੇਰਿਆਂ ਨੇ ਛੱਡੀ ਸੀ ਸਾਡੇ ਲਈ। ਸੋ ਕੋਸ਼ਿਸ਼ ਕਰੀਏ ਕਿ ਇਹਦਾ ਹਵਾ, ਇਹਦਾ ਪਾਣੀ, ਇਹ ਜ਼ਮੀਨ ਅਸੀਂ ਉਨੀ ਜ਼ਰਖੇਜ਼ ਛੱਡੀਏ ਜਿੰਨੀ ਸਾਨੂੰ ਮਿਲੀ ਸੀ। ਬਹੁਤ ਧੰਨਵਾਦ। ਥੈਂਕ ਯੂ ਮੈਮ। ਇਸ ਸਨ ਸਾਡੇ ਨਾਲ ਡਾਕਟਰ ਹਰਸ਼ਿੰਦਰ ਕੌਰ, ਜਿਨ੍ਹਾਂ ਨੇ ਅੱਜ ਦੇ ਦਿਹਾੜੇ ਦਾ ਮਹੱਤਵ ਦੱਸਿਆ ਅਤੇ ਨਾਲ ਹੀ ਜਾਗਰੂਕ ਵੀ ਕੀਤਾ ਹੈ ਕਿ ਕਿਸ ਤਰ੍ਹਾਂ ਅਸੀਂ ਆਪਣਾ ਪਾਣੀ, ਧਰਤੀ, ਹਵਾ ਨੂੰ ਬਚਾ ਸਕਦੇ ਹਾਂ, ਸ਼ੁੱਧ ਕਰ ਸਕਦੇ ਹਾਂ, ਤਾਂ ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਸਹੀ ਤਰੀਕੇ ਦੇ ਨਾਲ ਇਸ ਦੇ ਵਿੱਚ ਵਿਚਰ ਸਕਣ। ਸੋ ਜਿਹੀ ਸ਼ਖਸੀਅਤ ਲੈ ਕੇ ਫਿਰ ਹਾਜ਼ਰ ਹੋਵਾਂਗੇ। ਫਿਲਹਾਲ ਇਜਾਜ਼ਤ ਦਿਓ, ਧੰਨਵਾਦ। ਮੈਂ ਡਾਕਟਰ ਬਲਵੰਤ ਸਿੰਘ ਹੁੰਜਨ ਹਸਪਤਾਲ ਮਾਡਲ ਗ੍ਰਾਮ ਲੁਧਿਆਣਾ ਤੋਂ ਵਰਲਡ ਹੈਲਥ ਡੇ 'ਤੇ ਸਾਰੇ ਸਰੋਤਿਆਂ ਨੂੰ, ਸਾਰੇ ਪੇਸ਼ੈਂਟਸ ਨੂੰ ਅਤੇ ਸਾਰੇ ਸਟਾਫ ਨੂੰ ਮੈਂ ਵਰਲਡ ਹੈਲਥ ਡੇ ਦੀ ਬਹੁਤ ਬਹੁਤ ਵਧਾਈਆਂ ਦਿੰਦਾ। ਔਰ ਹਰ ਇੱਕ ਬੰਦੇ ਨੂੰ, ਵੱਡੇ ਤੋਂ ਲੈ ਕੇ ਛੋਟੇ ਨੂੰ, ਹਰ ਰੋਜ਼ ਪ੍ਰੋਪਰ ਇੱਕ ਐਕਸਰਸਾਈਜ਼ ਕਰਨੀ ਚਾਹੀਦੀ ਆ। ਲਾਈਟ ਐਕਸਰਸਾਈਜ਼ ਕਰੋ, ਜ਼ਰੂਰੀ ਨਹੀਂ ਹੈ ਵੀ ਸਖਤ ਐਕਸਰਸਾਈਜ਼ ਹੋਵੇ, ਜ਼ਰੂਰੀ ਨਹੀਂ ਹੈ ਵੀ ਤੁਸੀਂ ਜਿਮ ਹੀ ਜਾਣਾ। ਆਮ ਸਿੰਪਲ ਇੱਕ, ਜੇ ਜਿਨ੍ਹਾਂ ਦਾ ਘਰ ਖੁੱਲ੍ਹਾ, ਘਰ ਦੇ ਵਿੱਚ ਐਕਸਰਸਾਈਜ਼ ਕਰ ਲਓ, ਵਾਕ ਕਰ ਲਓ, ਨੇੜੇ ਕੋਈ ਪਾਰਕ ਹੈ, ਪਾਰਕ ਵਿੱਚ ਜਾ ਕੇ ਸੈਰ ਕਰ ਲਓ। ਇਹ ਬਹੁਤ ਜ਼ਰੂਰੀ ਚੀਜ਼ਾਂ ਨੇ ਜਿਹਦੇ ਨਾਲ ਬੋਨ ਹੈਲਥ ਆ ਜਿਹੜੀ ਉਹ ਥੋੜ੍ਹੀ ਪ੍ਰੋਪਰ ਰਹਿਣੀ ਆ। ਮੈਂ ਸਾਰਿਆਂ ਨੂੰ ਇਸ ਵਰਲਡ ਹੈਲਥ ਡੇ 'ਤੇ ਬੋਨ ਹੈਲਥ ਨੂੰ ਠੀਕ ਰੱਖਣ ਵਾਸਤੇ ਇੱਕ ਰਿਕੁਐਸਟ ਕਰਦਾ ਅਤੇ ਕਹਿਣਾ ਵੀ ਜਦੋਂ ਵੀ ਕੋਈ ਤੁਹਾਨੂੰ ਪ੍ਰੋਬਲਮ ਲੱਗਦੀ ਆ ਹੱਡੀਆਂ ਬਾਰੇ, ਤਾਂ ਹੱਡੀਆਂ ਦੇ ਸਪੈਸ਼ਲਿਸਟ ਨੂੰ ਮਿਲੋ ਅਤੇ ਉਹ ਆਪਣੀ ਬਿਮਾਰੀ ਦਾ ਇਲਾਜ ਕਰੋ। ਥੈਂਕ ਯੂ। ਹੋਵੇਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ, ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਜਲਦ ਆ ਰਿਹਾ ਹੈ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸਿਰਫ D5 ਚੈਨਲ ਪੰਜਾਬੀ ਤੇ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ